ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ, ਆਦਬ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਸਭ ਤੋਂ ਪਹਿਲਾਂ ਤਾਂ ਦੁਨੀਆ ਭਰ ਦੀਆਂ ਮਾਵਾਂ ਨੂੰ ਕੋਟ-ਕੋਟ ਪ੍ਰਣਾਮ, ਕਿਉਂਕਿ ਮਦਰਸ ਡੇ ਹੈ। ਭਾਵੇਂ ਸਾਡੇ ਵਾਸਤੇ ਸਾਡੇ ਸੱਭਿਆਚਾਰ ਦੇ ਮੁਤਾਬਕ ਇਹਨਾਂ ਦਿਨਾਂ ਦੀ ਕੋਈ ਖਾਸ ਅਹਿਮੀਅਤ ਨਹੀਂ, ਕਿਉਂਕਿ ਸਾਡੀਆਂ ਮਾਵਾਂ ਤਾਂ ਸਾਡੇ ਨਾਲ ਹੀ ਰਹਿੰਦੀਆਂ ਨੇ। ਸਾਡੇ ਵਾਸਤੇ ਤਾਂ ਸਾਡਾ ਹਰ ਦਿਨ ਮਦਰਸ ਡੇ ਹੈ। ਪਰ ਫਿਰ ਵੀ ਜੇਕਰ ਦੁਨੀਆ ਦੇ ਉੱਤੇ ਕੋਈ ਰੀਤ ਜਾਂ ਰਵਾਇਤ ਕਾਇਮ ਕੀਤੀ ਗਈ ਹੈ, ਉਹ ਵੀ ਕੋਈ ਮਾੜੀ ਨਹੀਂ। ਘੱਟੋ ਘੱਟ ਜੇ ਅਸੀਂ ਮਾਂ ਦੀ ਮਮਤਾ ਦਾ ਕਰਜ਼ ਅੱਜ ਤੱਕ ਚੁਕਾ ਨਹੀਂ ਸਕੇ, ਤਾਂ ਘੱਟੋ ਘੱਟ ਸਾਨੂੰ ਇਹ ਦਿਨ ਹਲੂਣਾ ਦਿੰਦੇ ਨੇ ਕਿ ਮਾਂ ਦਾ ਕਰਜ਼ ਭਾਵੇਂ ਅਸੀਂ 7 ਜਨਮ ਲੈ ਲਈਏ, ਅਸੀਂ ਲਾ ਨਹੀਂ ਸਕਦੇ, ਪਰ ਸਾਨੂੰ ਉਸੇ ਮਾਂ ਦੀ ਕੁੱਖ ਦੁਬਾਰਾ ਨਸੀਬ ਨਹੀਂ ਹੋਣੀ, ਇਹ ਯਾਦ ਰੱਖਿਓ। ਅੱਜ ਘੱਟੋ ਘੱਟ ਕਈ ਖਬਰਾਂ ਇਸੇ ਤਰ੍ਹਾਂ ਦੀਆਂ ਨੇ ਜਿਹੜੀ ਮਾਂ ਦੀ ਮਮਤਾ ਦਾ ਜ਼ਿਕਰ ਕਰਨਗੀਆਂ। ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਘਰ ਦੇ ਵਿੱਚ ਲੜਕਾ ਜ਼ਰੂਰ ਪੈਦਾ ਹੋਣਾ ਚਾਹੀਦਾ ਹੈ, ਪਰ ਜਿਹੜੀ ਮੈਂ ਅੱਜ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ ਉਹ ਤੁਹਾਨੂੰ ਹਲੂਣੇਗੀ ਕਿ ਨਹੀਂ, ਜੋ ਧੀਆਂ ਮਾਣ, ਪਿਆਰ, ਸਤਿਕਾਰ, ਇੱਜ਼ਤ ਦੇ ਰਹੀਆਂ ਨੇ, ਸ਼ਾਇਦ ਲੜਕੇ ਉਸ ਦੇ ਵਿੱਚੋਂ ਨੰਬਰ ਲੈਣ ਦੇ ਵਿੱਚ ਕਾਫੀ ਪਿੱਛੇ ਰਹਿ ਗਏ। ਪੜ੍ਹਾਈ ਦੇ ਖੇਤਰ ਵਿੱਚ ਵੇਖ ਲਓ ਤਾਂ ਕਈ ਹੋਰ ਖੇਤਰਾਂ ਵਿੱਚ ਵੇਖ ਲਓ ਤਾਂ ਲੜਕੀਆਂ ਅੱਜ ਮੱਲਾਂ ਬਰਾਬਰ ਨਹੀਂ, ਸਗੋਂ ਅੱਗੇ ਹੋ ਕੇ ਮਾਰ ਰਹੀਆਂ ਨੇ। ਅਸੀਂ ਯਾਦ ਕਰੀਏ ਕਿ ਅੱਜ ਤੋਂ 5 ਸਦੀਆਂ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆ ਗਏ ਸਨ। ਸੋ ਕਿਉ ਬੰਦਾ ਆਖੀਐ ਜਿਤ ਜੰਮੈ ਰਾਜਾਨ। 21ਵੀਂ ਸਦੀ ਵਿੱਚ ਅੱਜ ਫਿਰ ਅਸੀਂ ਉਸੇ ਦੌੜ ਵਿੱਚ ਲੱਗੇ ਹੋਏ ਹਾਂ ਕਿ ਘਰ ਦੇ ਵਿੱਚ ਮੁੰਡੇ ਦਾ, ਲੜਕੇ ਦਾ ਪੈਦਾ ਹੋਣਾ ਜ਼ਰੂਰੀ ਹੈ, ਭਾਵੇਂ ਧੀਆਂ 5 ਵੀ ਕਿਉਂ ਨਾ ਹੋ ਚੁੱਕੀਆਂ ਹੋਣ। ਇਸ ਤਰ੍ਹਾਂ ਦੀ ਇੱਕ ਖਬਰ ਹੋਏਗੀ, ਇੱਕ ਮਾਂ ਦੇ ਦੁੱਧ ਦਾ ਕਰਜ਼ ਕਿਵੇਂ ਕਿਸੇ ਨੇ ਲਾਹਿਆ ਹੈ, ਬਹੁਤ ਦਿਲਚਸਪ ਖਬਰ ਹੋਏਗੀ। ਪਰ ਉਸ ਤੋਂ ਪਹਿਲਾਂ ਮੈਂ ਖੁਦਕੁਸ਼ੀਆਂ ਵੱਲ ਨੂੰ ਆ ਜਾ। ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵਾ ਬੈਲਟ ਦੇ ਵਿੱਚ ਅਸੀਂ ਵੇਖਿਆ ਖੁਦਕੁਸ਼ੀਆਂ ਸਭ ਤੋਂ ਵੱਧ ਹੋਈਆਂ ਨੇ ਜਾਂ ਹੋ ਵੀ ਰਹੀਆਂ ਨੇ। ਉਹਨਾਂ ਦੇ ਕਾਰਨ ਵੱਖੋ ਵੱਖਰੇ ਹੋ ਸਕਦੇ ਆ, ਪਰ ਮੂਲ ਰੂਪ ਦੇ ਵਿੱਚ ਕਾਰਨ ਬਹੁਤਿਆਂ ਦਾ ਇੱਕ ਹੈ ਕਿ ਕਰਜ਼ ਸਿਰ ਚੜ ਗਿਆ, ਕਰਜ਼ ਲੱਥ ਨਹੀਂ ਸੀ ਰਿਹਾ। ਪਰ ਉਹ ਕਰਜ਼ ਲਿਆ ਕਿਹਨੇ, ਕਰਜ਼ ਲੈਣ ਦੀ ਜ਼ਰੂਰਤ ਕਿਉਂ ਪਈ, ਇਹ ਗੱਲ ਜ਼ਰੂਰ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ। ਬਹੁਤ ਸਾਰੇ ਲੋਕ ਕਰਜ਼ ਇਸ ਕਰਕੇ ਲੈਂਦੇ ਨੇ ਕਿ ਧੀਆਂ ਜਾਂ ਪੁੱਤਰਾਂ ਦਾ ਵਿਆਹ ਵੱਡਾ ਕਰਨਾ ਹੈ, ਕਿਉਂਕਿ ਰਿਸ਼ਤੇਦਾਰਾਂ ਨੇ ਜਾਂ ਆਂਢੀਆਂ ਗੁਆਂਢੀਆਂ ਨੇ ਵਿਆਹ ਬਹੁਤ ਸ਼ਾਨੋ ਸ਼ੌਕਤ ਨਾਲ ਕੀਤਾ ਹੈ। ਕਈ ਲੋਕ ਕਰਜ਼ ਇਸ ਕਰਕੇ ਲੈਂਦੇ ਨੇ ਕਿ ਕਿਸੇ ਜਾਣਕਾਰ ਨੇ ਜਾਂ ਆਲੇ ਦੁਆਲੇ ਗੁਆਂਢ ਦੇ ਵਿੱਚ ਕਿਸੇ ਨੇ ਕੋਠੀ ਵੱਡੀ ਪਾ ਲਈ ਹੈ, ਪਾਉਣੀ ਪਊਗੀ। ਕਈ ਲੋਕ ਇਸ ਕਰਕੇ ਕਰਜ਼ ਲੈਂਦੇ ਨੇ ਕਿ ਗੁਆਂਢੀ ਕਾਰ ਵੱਡੀ ਲੈ ਆਈ, ਭਜਾ ਕੇ ਦਰਵਾਜ਼ੇ ਮੂਹਰੋਂ ਲੈ ਕੇ ਲੰਘਦੇ ਆ, ਲਿਆਉਣੀ ਪਊ। ਕਈ ਲੋਕ ਇਸ ਕਰਕੇ ਲੈਂਦੇ ਆ ਕਿ ਗੁਆਂਢੀਆਂ ਨੇ ਟਰੈਕਟਰ ਨਵਾਂ ਤੇ ਵੱਡਾ ਲਿਆਂਦਾ, ਅਸੀਂ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਨਹੀਂ, ਵੱਡਾ ਲਿਆਉਣਾ। ਕਰਜ਼ ਲੈਣ ਦੇ ਵੱਖੋ ਵੱਖਰੇ ਢੰਗ ਤਰੀਕੇ ਅਪਣਾਏ ਜਾਂਦੇ ਆ। ਲੋਨ ਕਿਸੇ ਚੀਜ਼ ਦਾ, ਵਰਤਿਆ ਕਿਸੇ ਚੀਜ਼ ਤੇ ਜਾਣਾ, ਫਿਰ ਬਹੁਤ ਸਾਰੇ ਲੋਕ ਗਲਾਂ ਵਿੱਚ ਫਾਹੇ ਪਾਉਂਦੇ ਆ ਤੇ ਤੁਸੀਂ ਖਬਰਾਂ ਪੜ੍ਹਦੇ ਸੁਣਦੇ ਵੇਖਦੇ ਹੋ। ਪਰ ਇੱਕ ਰਾਹ ਦਸੇਰਾ ਬਣਨੀ ਆ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਪੰਜਾਬ ਦਾ ਗੱਭਰੂ ਪਿੰਡ ਕੁਰੜ ਦੇ ਵਿੱਚ ਜੰਮਿਆ। ਪੰਜਾਬ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਤੇ ਜਿਸ ਲੜਕੀ ਨਾਲ ਉਸਨੇ ਵਿਆਹ ਕਰਵਾਇਆ ਉਹ ਸਟੂਡੈਂਟ ਯੂਨੀਅਨ ਦੀ ਮੀਤ ਪ੍ਰਧਾਨ ਹੈ, ਤੇ ਬੀਬਾ ਜੀ ਦਾ ਨਾਂ ਹੈ ਹਰਦੀਪ ਕੌਰ, ਪਿੰਡ ਕੋਟਲਾ, ਜ਼ਿਲ੍ਹਾ ਮੋਗਾ 'ਚ ਪੈਂਦਾ। ਇਹਨਾਂ ਨੇ ਵਿਆਹ ਕਰਵਾ ਲਿਆ। ਇਸ ਸੁਭਾਗ ਜੋੜੀ ਨੂੰ ਮੇਰੇ ਵੱਲੋਂ ਮੁਬਾਰਕਬਾਦ। ਲੋਕ ਵੀ ਸੱਦੇ, ਲੋਕ ਵਿਆਹ ਤੇ ਵੀ ਆਏ, ਪਰ ਇੰਨਾ ਸਾਦਾ ਵਿਆਹ, ਤੁਸੀਂ ਹੁਣ ਸੋਚੋਗੇ, ਹੈਰਾਨ ਹੋਵੋਗੇ, ਕਦੇ ਤੁਸੀਂ ਸੋਚਿਆ ਕਿ ਇੰਨੇ ਘੱਟ ਪੈਸਿਆਂ ਦੇ ਵਿੱਚ ਵਿਆਹ ਹੋ ਸਕਦਾ ਹੈ? ਸਿਰਫ 2 ਖਰੀਦੇ ਇਹਨਾਂ ਨੇ ਹਾਰ, ਥੋੜੇ ਜਿਹੇ ਲਿਆਂਦੇ ਲੱਡੂ, ਪੂਰਾ ਖਰਚ ਕੁੱਲ ਮਿਲਾ ਕੇ ਵਿਆਹ ਦਾ 320 ਰੁਪਏ। 320 ਰੁਪਏ ਦੇ ਵਿੱਚ ਵਿਆਹ ਕਰ ਗਏ। ਸੁਣ, ਜਿਹੜਾ ਲੜਕਾ ਹੈ ਪੋਲੀਟੀਕਲ ਸਾਇੰਸ ਦੀ MA ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਤੀ ਹੈ, ਪੜ੍ਹਿਆ ਲਿਖਿਆ ਨੌਜਵਾਨ ਹੈ। ਇਹ ਬੀਬਾ ਜੀ ਨੇ ਡਬਲ MA ਪਹਿਲਾਂ ਕੀਤੀ ਹੈ ਤੇ ਤੀਸਰੀ MA ਉਹ ਕਰ ਰਹੀ ਹੈ। ਪੂਰਾ ਪਰਿਵਾਰ ਕੈਨੇਡਾ ਦੇ ਵਿੱਚ ਸੈਟਲਡ ਹੈ। ਕਹਿੰਦੀ ਨਹੀਂ, ਪੜ੍ਹ ਲਿਖ ਕੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੀ ਆ। ਇਸ ਬੀਬਾ ਜੀ ਦੀ ਸੋਚ ਨੂੰ ਸਲਾਮ, ਇਸ ਮੁੰਡੇ ਨੂੰ ਰਣਵੀਰ ਸਿੰਘ ਰੰਧਾਵਾ ਦੀ ਸੋਚ ਨੂੰ ਸਲਾਮ, ਜਿਨ੍ਹਾਂ ਨੇ ਅੱਜ ਦੇ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ ਕਿ ਵਿਆਹ ਸਾਦੇ ਹੋ ਸਕਦੇ ਆ। ਸਾਦਾ ਜੀਵਨ, ਸਾਦਾ ਖਾਣਾ, ਸਾਦਾ ਰਹਿਣਾ, ਜੇਕਰ ਅਸੀਂ ਇਸ ਚੀਜ਼ ਉੱਤੇ ਥੋੜ੍ਹਾ ਬਹੁਤਾ ਕਾਬੂ ਪਾ ਲਈਏ ਤੇ ਸਾਡੇ ਵਾਸਤੇ ਕਾਫੀ ਇਹ ਚੰਗਾ ਹੋਏਗਾ। ਹੁਣ ਜਿੱਥੇ ਇਹ ਖਬਰ ਆਪਣੇ ਆਪ ਦੇ ਵਿੱਚ ਕਾਫੀ ਅਹਿਮੀਅਤ ਰੱਖਦੀ ਹੈ ਖੁਦਕੁਸ਼ੀਆਂ ਦੇ ਉੱਤੇ ਨੱਥ ਪਾਉਣ ਵਾਸਤੇ, ਲਗਾਮ ਪਾਉਣ ਦੇ ਵਾਸਤੇ, ਉੱਥੇ ਅਗਲੀ ਖਬਰ ਉਹ ਮਾਂ ਤੇ ਧੀ ਦੇ ਪਿਆਰ ਦੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ।
ਦਿੱਲੀ ਦੇ ਏਮਜ਼ ਹਸਪਤਾਲ ਦੇ ਵਿੱਚ ਇੱਕ ਔਰਤ ਜ਼ੇਰੇ ਇਲਾਜ ਸੀ, ਆਪਣਾ ਇਲਾਜ ਕਰਵਾਉਣ ਗਈ ਸੀ ਤਾਂ ਉਸ ਔਰਤ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਸੀ। ਕੈਂਸਰ ਨਾਲ ਲੜਦਿਆਂ ਲੜਦਿਆਂ ਬੀਤੀ ਰਾਤ ਜ਼ਿੰਦਗੀ ਦੀ ਜੰਗ ਹਾਰ ਗਈ, ਉਸ ਦੀ ਮੌਤ ਹੋ ਗਈ। ਉਸ ਔਰਤ ਦੇ ਕੋਲ ਉਸ ਦੀ 23 ਵਰ੍ਹਿਆਂ ਦੀ ਮੁਟਿਆਰ ਧੀ ਸੀ। ਸ਼ਾਇਦ ਪੁੱਤ ਵੀ ਹੁੰਦਾ, ਦੁੱਖ ਉਹਨੂੰ ਵੀ ਏਡਾ ਹੀ ਹੋਣਾ ਸੀ, ਗਮ ਉਹਨੂੰ ਵੀ ਏਡਾ ਹੀ ਹੋਣਾ ਸੀ। ਪਰ ਧੀਆਂ ਸੂਖਮ ਹੁੰਦੀਆਂ ਨੇ, ਖਾਸ ਕਰਕੇ ਮਾਂ ਤੇ ਧੀ ਦਾ ਨਾਤਾ ਬਹੁਤ ਗਹਿਰਾ ਤੇ ਡੂੰਘਾ ਹੈ। ਹੁਣ ਇਸ ਮਦਰਸ ਡੇ ਤੋਂ ਪਹਿਲਾਂ ਉਹਨੂੰ ਲੱਗਦਾ ਤੇ ਇਹ ਸੀ ਕਿ ਮਾਂ ਮੇਰੀ ਤੰਦਰੁਸਤ ਹੋ ਜਾਏਗੀ। ਜਦ ਏਮਜ਼ ਦੇ ਵਿੱਚ ਉਸ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਇਹ ਗਮ, ਇਹ ਦੁੱਖ ਸਹਾਰ ਨਾ ਸਕੀ। ਜਦੋਂ ਹਸਪਤਾਲ ਦੇ ਅਧਿਕਾਰੀਆਂ ਨੇ ਜਾ ਕੇ ਵੇਖਿਆ ਤੇ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਹੁਣ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ ਕਿ ਭਾਈ ਤੁਹਾਡੀ ਮਾਂ ਤੇ ਤੁਹਾਡੀ ਭੈਣ ਜਾਂ ਧੀ ਦੋਵੇਂ ਇਸ ਜਹਾਨ ਤੋਂ ਕੂਚ ਕਰ ਗਈਆਂ ਨੇ। ਹੁਣ ਤੁਸੀਂ ਆਪ ਦੇਖੋ ਕਿ ਕਿੱਡੇ ਦੁੱਖਾਂ ਦਾ ਪਹਾੜ ਟੁੱਟਿਆ ਹੋਣਾ ਇਸ ਪਰਿਵਾਰ ਤੇ, ਜਿੱਥੇ ਇੱਕੋ ਹੀ ਘਰ ਦੇ ਵਿੱਚੋਂ, ਇੱਕੋ ਹੀ ਪਰਿਵਾਰ ਦੇ ਵਿੱਚੋਂ 2 ਜੀ ਚਲੇ ਗਏ ਨੇ, ਇੱਕ ਕੈਂਸਰ ਕਰਕੇ ਤੇ ਦੂਸਰਾ ਉਹਦਾ ਦੁੱਖ ਨਾ ਸਹਿਣ ਕਰਕੇ। ਅਸੀਂ ਅੱਜ ਧੀਆਂ ਤੇ ਪੁੱਤਰਾਂ ਨੂੰ ਬਰਾਬਰ ਦੇ ਰੁਤਬੇ ਦਈਏ। ਧੀਆਂ ਇਸ ਵਕਤ ਮੁੰਡਿਆਂ ਨਾਲੋਂ ਅੱਗੇ ਵੱਧ ਕੇ ਮੱਲਾਂ ਮਾਰ ਰਹੀਆਂ ਨੇ। ਸਾਨੂੰ ਇਸ ਗੱਲ ਵਾਸਤੇ ਸੋਚਣ ਲਈ ਮਜਬੂਰ ਹੋਣਾ ਪਏਗਾ। ਤੇ ਅਗਲੀ ਤੇ ਆਖਰੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਕਿ ਦੁੱਧ ਦਾ ਕਰਜ਼ ਕੀ ਹੁੰਦਾ ਤੇ ਉਹਨੂੰ ਲਾਹਿਆ ਕਿਵੇਂ ਜਾ ਸਕਦਾ। ਕਿਸੇ ਇਨਸਾਨ ਦੀ ਨਹੀਂ, ਸਗੋਂ 2 ਜਾਨਵਰਾਂ ਦੇ ਪਿਆਰ ਦੀ ਕਹਾਣੀ ਹੈ। ਪਰ ਇਹ ਕਹਾਣੀ ਤੋਂ ਪਹਿਲਾਂ ਮੈਂ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣਾ ਰੋਜ਼ਾਨਾ ਦਾ ਰਾਬਤਾ ਕਾਇਮ ਰਹੇ। ਸ਼ੇਅਰ ਵੀ ਅੱਗੇ ਕਰ ਦਿਓ ਜੇਕਰ ਤੁਹਾਨੂੰ ਇਹ ਖਬਰਾਂ ਚੰਗੀਆਂ ਤੇ ਦਿਲਚਸਪ ਲੱਗੀਆਂ। ਹੁਣ ਵਡੋਦਰਾ ਦੇ ਨੇੜੇ ਇੱਕ ਪਿੰਡ ਪੈਂਦਾ। ਉਸ ਪਿੰਡ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਲੋਕਡਾਊਨ ਹੋਣ ਦੇ ਬਾਵਜੂਦ ਰਾਤ ਨੂੰ ਜਿਉਂ ਕੁੱਤੇ ਭੌਂਕਣ ਲੱਗਿਆ ਕਰਨ ਪਿੰਡ ਦੇ ਸੋਚਣ ਲੱਗੇ ਲੋਕ ਕਿ ਸ਼ਾਇਦ ਪਿੰਡ ਵਿੱਚ ਕੋਈ ਲੋਕ ਆਉਂਦੇ ਹੋਣਗੇ, ਚੋਰ ਚੱਕੇ ਆਉਂਦੇ ਹੋਣਗੇ। ਉਹਨਾਂ ਨੇ ਥਾਂ ਤੇ ਕੈਮਰੇ ਲਾ ਦਿੱਤੇ ਤਾਂ ਕਿ ਪਤਾ ਤਾਂ ਲੱਗੇ ਰਾਤ ਨੂੰ ਕੁੱਤਿਆਂ ਦੇ ਭੌਂਕਣ ਦਾ ਦਰਅਸਲ ਕਾਰਨ ਕੀ ਹੈ। ਜਦੋਂ ਸੀਸੀਟੀਵੀ ਕੈਮਰੇ ਕੱਢ ਕੇ ਦੇਖੇਗਾ ਉਹ ਹੈਰਾਨ, ਇੰਨੇ ਕੋਹੇ ਅੰਤ ਨਾ ਕੋਈ ਰਿਹਾ। ਅਸਲ ਦੇ ਵਿੱਚ ਇਸ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਗਾਂ ਤੇ ਗਾਂ ਦੇ ਕੋਲ ਰੋਜ਼ਾਨਾ ਇੱਕ ਤੇਂਦੂਆ, ਬਾਘ, ਲੈਪਰਡ ਆ ਕੇ ਬੈਠਦਾ ਸੀ ਤੇ 3-4 ਘੰਟੇ ਬੈਠਣ ਤੋਂ ਬਾਅਦ ਇਹ ਲੈਪਰਡ, ਇਹ ਤੇਂਦੂਆ ਵਾਪਸ ਚਲਾ ਜਾਂਦਾ ਸੀ। ਜਦੋਂ ਉਹ ਆਉਂਦਾ ਕੁੱਤੇ ਉਦੋਂ ਵੀ ਭੌਂਕਦੇ, ਜਦੋਂ ਉਹ ਵਾਪਸ ਜਾਂਦਾ ਕੁੱਤੇ ਉਦੋਂ ਵੀ ਭੌਂਕਦੇ। ਹੁਣ ਪਿੰਡ ਵਿੱਚ ਹਾਹਾਕਾਰ ਮਚ ਗਈ, ਖੌਫ, ਸਹਿਮ, ਡਰ। ਜੰਗਲਾਤ ਵਿਭਾਗ ਕੋਲ ਚਲੇ ਗਿਆ ਕਿ ਇੱਕ ਤੇਂਦੂਆ ਆਉਂਦਾ, ਲੈਪਰਡ ਆਉਂਦਾ, ਕਿਤੇ ਪਿੰਡ ਦਾ ਕੋਈ ਜੀਅ ਨਾ ਨੁਕਸਾਨਿਆ ਜਾਵੇ। ਹੁਣ ਉਹਨਾਂ ਨੇ ਇਹ ਗੱਲ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਕਿ ਜੇ ਤਾਂ ਕਿਸੇ ਇੱਕ ਦਿਨ ਲੈਪਰਡ ਉਸ ਘਰ ਦੇ ਵਿੱਚ ਆਇਆ ਹੁੰਦਾ ਫਿਰ ਤੇ ਕੋਈ ਗੱਲ ਐਸੀ ਨਹੀਂ ਸੀ ਕਿ ਅਲੋਕਾਰੀ ਆ ਜਾਂ ਜੱਗੋ ਤੇਰਵੀਂ ਹੈ। ਹੁਣ ਰੋਜ਼ ਆਉਣਾ, ਉਸੇ ਹੀ ਘਰ ਵਿੱਚ ਆਉਣਾ, ਉਸੇ ਗਾਂ ਦੇ ਕੋਲ ਬੈਠਣਾ। ਪਸ਼ੂਆਂ ਕੋਲ ਹੋਰ ਵੀ ਸੀ, ਗਾਵਾਂ ਹੋਰ ਵੀ ਸੀ, ਮੱਝਾਂ ਹੋਰ ਵੀ ਸੀ, ਇੱਕੋ ਹੀ ਗਾਂ ਕੋਲ ਕਿਉਂ ਬੈਠਦਾ? ਇਹ ਆਪਣੇ ਆਪ ਦੇ ਵਿੱਚ ਇੱਕ ਖੋਜ ਦਾ ਮਜਬੂਰ ਹੋ ਗਿਆ। ਪਤਾ ਲੱਗਿਆ ਕਿ ਇਸ ਗਾਂ ਦੇ ਬਾਰੇ ਜਾਂਚ ਕੀਤੀ ਜਾਵੇ। ਉਹ ਗਾਂ ਇੱਕ ਤੋਂ ਹੋਰ ਖਰੀਦ ਕੇ ਲਿਆਂਦੀ ਸੀ ਇਸ ਮਾਲਕ ਨੇ। ਜਦੋਂ 2010 ਦੀ ਘਟਨਾ ਦਾ ਜ਼ਿਕਰ ਹੋਇਆ, ਉਸ ਗਾਂ ਦੇ ਮਾਲਕ ਨੇ, ਪਹਿਲੇ ਗਾਂ ਦੇ ਮਾਲਕ ਨੇ ਦੱਸਿਆ ਕਿ ਅੱਜ ਤੋਂ 10 ਸਾਲ ਲਗਭਗ, ਪਹਿਲਾ ਸਾਲ 2010 ਦੇ ਵਿੱਚ ਮੇਰੀ ਇਸ ਗਾਂ ਨੇ ਇੱਕ ਵੱਛੀ ਨੂੰ ਜਨਮ ਦਿੱਤਾ ਸੀ। ਤਾਜੀ ਇਹ ਗਾਂ ਸੂਈ ਸੀ ਤੇ ਉਧਰ ਇਹ ਲੈਪਰਡ ਉਹਨਾਂ ਦਿਨਾਂ ਦੇ ਵਿੱਚ ਹੀ ਜੰਮਿਆ, ਪਰ ਇਸ ਦੀ ਮਾਂ ਦਾ ਸ਼ਿਕਾਰੀਆਂ ਨੇ ਸ਼ਿਕਾਰ ਖੇਡ ਦਿੱਤਾ, ਉਹ ਮਰ ਗਈ। ਜੰਗਲਾਤ ਵਿਭਾਗ ਵਾਲੇ ਇਸ ਛੋਟੇ ਜਿਹੇ ਤੇਂਦੂਏ ਨੂੰ ਮੇਰੇ ਘਰ ਵਿੱਚ ਲਿਆਉਂਦੇ। ਇਹ ਘਰ ਵਿੱਚ ਜਦੋਂ ਲੈ ਕੇ ਆਉਂਦੇ, ਇਹਦੀਆਂ ਅੱਖਾਂ ਦੇ ਸਾਹਮਣੇ ਇਸ ਗਾਂ ਦਾ ਦੁੱਧ ਚੋਇਆ ਜਾਂਦਾ ਤੇ ਇਸ ਤੇਂਦੂਏ ਨੂੰ ਪਿਲਾਇਆ ਜਾਂਦਾ ਤੇ ਜਿੰਨੀ ਦੇਰ ਗਾਂ ਦਾ ਦੁੱਧ ਚੋਇਆ ਜਾਂਦਾ ਸੀ ਓਨੀ ਦੇਰ ਗਾਂ ਆਪਣੀ ਵੱਛੀ ਦੇ ਵਾਂਗ ਹੀ ਇਹਨੂੰ ਚੱਟਦੀ, ਇਹਨੂੰ ਨਿਹਾਰਦੀ, ਇਹਨੂੰ ਦੁਲਾਰਦੀ। ਪਰ ਥੋੜੀ ਦੇਰ ਬਾਅਦ ਇਸ ਤੇਂਦੂਏ ਨੇ, ਲੈਪਰਡ ਨੇ ਦੁੱਧ ਪੀਣਾ ਬੰਦ ਕਰ ਦਿੱਤਾ ਤੇ ਜੰਗਲਾਤ ਵਿਭਾਗ ਵਾਲੇ ਇਸ ਨੂੰ ਸਾਡੇ ਘਰ ਲਿਆਉਣੋਂ ਹਟ ਗਏ। ਉਹ ਵੱਡਾ ਹੋ ਗਿਆ। ਹੁਣ ਉਹ ਕਹਿੰਦੇ ਗਾਂ ਮੈਂ ਵੇਚ ਦਿੱਤੀ। ਹੋ ਸਕਦਾ ਕਿ ਉਸ ਪਿੰਡ ਵਿੱਚ ਵੀ ਉਸ ਤੇਂਦੂਏ ਨੇ ਗੇੜੇ ਮਾਰੇ ਹੁਣ, ਕਿਉਂਕਿ ਪਿੰਡ ਦੀ ਵਿੱਚ ਕੋਈ ਬਹੁਤੀ ਨਹੀਂ, ਨੇੜੇ ਪਿੰਡ ਨੇ। ਆਖਰਕਾਰ ਉਹਨੂੰ ਲੱਗਿਆ ਕਿ ਮੇਰੀ ਮਾਂ ਮੈਨੂੰ ਮਿਲ ਗਈ ਹੈ। ਉਹ ਰੋਜ਼ਾਨਾ ਹੁਣ ਮਾਂ ਦੇ ਕੋਲ 2 ਤੇ 3 ਘੰਟੇ ਬੈਠਦਾ ਤੇ ਫਿਰ ਵਾਪਸ ਜਾਂਦਾ। ਹੁਣ ਤੁਸੀਂ ਦੇਖੋ ਕਿ ਉਹ ਆਪਣੇ ਕਰਜ਼, ਜਿਹੜਾ ਦੁੱਧ ਚੁੰਘਿਆ ਸੀ ਉਸ ਮਾਂ ਦਾ ਜਾਂ ਦੁੱਧ ਪੀਤਾ ਸੀ, ਭਾਵੇਂ ਉਹ ਗਾਂ ਹੈ ਤੇ ਉਹ ਲੈਪਰਡ ਆ, ਉਹ ਬਾਘ, ਉਹ ਨਸਲ ਦੇਖੋ ਸ਼ੇਰਾਂ ਦੀ ਹੈ ਤੇ ਉਧਰ ਗਾਂ ਹੈ। ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਇਸ ਤਰ੍ਹਾਂ ਦੀ ਨਸਲ ਸ਼ਿਕਾਰ ਕਰਨ ਲੱਗਿਆਂ ਇੱਕ ਬਿੰਦ ਨਹੀਂ ਲਾਉਂਦੀ, ਮਾਸ ਤੋਂ ਬਿਨਾਂ ਉਹਦਾ ਗੁਜ਼ਾਰਾ ਕੋਈ ਨਹੀਂ।
ਨਾ ਉਸਨੇ ਗਾਂ ਨੂੰ ਕੁਛ ਕਿਹਾ, ਨਾ ਪਿੰਡ ਦੇ ਕਿਸੇ ਜੀਅ ਦਾ ਕੋਈ ਨੁਕਸਾਨ ਕੀਤਾ। ਉਹ ਰੋਜ਼ ਆਪਣੀ ਮਾਂ ਦੇ ਦੁੱਧ ਦਾ ਕਰਜ਼ ਲਾਉਣ ਵਾਸਤੇ ਕੋਲ ਆ ਕੇ ਬੈਠਦਾ ਇਸ ਲੋਕਡਾਊਨ ਦੇ ਦਿਨਾਂ ਦੇ ਦੌਰਾਨ ਦੇ ਵਿੱਚ, ਤੇ ਫਿਰ 3-4 ਘੰਟੇ ਉਹਦੇ ਕੋਲ ਬਤੀਤ ਕਰਨ ਤੋਂ ਬਾਅਦ ਉਹ ਵਾਪਸ ਚਲਾ ਜਾਂਦਾ। ਜੰਗਲਾਤ ਵਿਭਾਗ ਵਾਲੇ ਕਹਿੰਦੇ ਇਹ ਉਹੀ ਗਾਂ ਹੈ। ਉਹਨੂੰ ਲੱਗਿਆ ਕਿ ਮੇਰੀ ਮਾਂ ਮੈਨੂੰ ਦੁਬਾਰਾ ਵਿਛੜੀ ਹੋਈ ਮਿਲ ਗਈ ਹੈ, ਕਈ ਸਾਲਾਂ ਤੋਂ ਬਾਅਦ ਮਿਲੀ ਹੈ। ਉਹ ਮਾਂ ਨੂੰ ਰੋਜ਼ਾਨਾ ਮਿਲਣ ਆਉਂਦਾ ਸੀ। ਹੁਣ ਇੱਕ ਪਾਸੇ ਅਸੀਂ ਨਫ਼ਰਤਾਂ ਵੰਡ ਰਹੇ ਹਾਂ, ਅਸੀਂ ਕਈ ਭਾਈਚਾਰਿਆਂ ਦੇ ਵਿੱਚ ਨਫ਼ਰਤਾਂ ਦੇ ਬੀਜ ਬੀਜ ਰਹੇ ਹਾਂ। ਸਾਡੇ ਗੁਆਂਢੀ ਮੁਲਕ ਅਮਰੀਕਾ ਤੋਂ ਖਬਰਾਂ ਆ ਰਹੀਆਂ ਨੇ ਕਿ ਖਾਸ ਫਿਰਕੇ ਨੂੰ ਆ ਕਰੋਨਾ ਵਾਇਰਸ ਦੇ ਕਾਰਨ ਸ਼ਿਕਾਰ ਬਣਾਇਆ ਜਾ ਰਿਹਾ, ਤੇ ਇੱਕ ਪਾਸੇ ਜਾਨਵਰ ਨੇ ਕਿੰਨੇ ਸਾਲਾਂ ਤੋਂ ਬਾਅਦ ਉਹਨੂੰ ਆਪਣੀ ਗਵਾਚੀ ਮਾਂ ਲੱਭੀ ਹੈ ਜਿਹਦਾ ਦੁੱਧ ਪੀਂਦਾ ਰਿਹਾ, ਤੇ ਉਹਦੇ ਕੋਲ ਆ ਕੇ ਉਹ ਟਾਈਮ ਸਪੈਂਡ ਕਰ ਰਿਹਾ, ਟਾਈਮ ਗੁਜ਼ਾਰ ਰਿਹਾ। ਪਰ ਹੁਣ ਜੰਗਲਾਤ ਵਿਭਾਗ ਉਹਨੂੰ ਫੜ ਕੇ ਲੈ ਗਿਆ ਤਾਂ ਕਿ ਉਹ ਦੁਬਾਰਾ ਉਸ ਪਿੰਡ ਵਿੱਚ ਨਾ ਆਵੇ, ਉਹ ਕਿਸੇ ਜੀਅ ਦਾ ਨੁਕਸਾਨ ਨਾ ਕਰ ਦੇਵੇ। ਤੁਸੀਂ ਦੇਖੋ ਕਿ ਮਾਂ ਦੇ ਕਰਜ਼, ਜਿਹੜਾ ਦੁੱਧ ਦਾ ਕਰਜ਼ ਹੈ, ਆਪਾਂ ਕਿਹੜੇ ਤਰੀਕੇ ਨਾਲ ਲਾ ਰਹੇ ਹਾਂ ਤੇ ਇਸ ਜਾਨਵਰ ਨੇ ਕਿਹੜੇ ਤਰੀਕੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਤੇ ਦਿਲਚਸਪ ਖਬਰਾਂ ਚੰਗੀਆਂ ਲੱਗੀਆਂ ਹੋਣਗੀਆਂ। ਚੰਗੀਆਂ ਲੱਗੀਆਂ ਸ਼ੇਅਰ ਵੀ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਕੱਲ ਫਿਰ ਕਿਸੇ ਨਵੀਂ ਜਾਣਕਾਰੀ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਵਾਂਗਾ। ਭੁੱਲ ਚੁੱਕ ਦੀ ਮਾਫੀ ਚਾਹੁੰਦਾ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਧੰਨਵਾਦ।